जी का खालसा वाहिगुरु जी की फतेह। मेरे बाबुला गुरमुखे हर पाया, अज्ञान अंधेरा कटिया, गुर ज्ञान प्रचंड बलाया, गुर ज्ञान प्रचंड बलाया।
ਸੰਗਤ ਜੀ ਸ਼ਬਦ ਦੀ ਵਿਚਾਰਾਂ ਦੇ ਨਾਲ ਜੁੜਨਾ ਕਰੀਏ। ਇਹ ਜੋ ਪਾਵਨ ਸ਼ਬਦ ਹੈ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 482 ਦੇ ਸੁਭਾਈਮਾਨ ਹੈ। ਆਸਾ ਰਾਗ ਦੇ ਵਿੱਚ ਭਗਤ ਕਬੀਰ ਜੀ ਦੀ ਇਹ ਬਾਣੀ ਹੈ। ਭਗਤ ਕਬੀਰ ਜੀ ਸਾਨੂੰ ਉਸ ਪਰਮਾਤਮਾ ਦੇ ਨਾਲ ਇੱਕ ਮਿਕ ਹੋਣ ਦੀ ਇੱਥੇ ਵਿਧੀ ਵੀ ਦੱਸ ਰਹੇ ਹਨ ਤੇ ਆਪਣੀ ਖੁਸ਼ੀ ਦਾ ਪ੍ਰਗਟਾਵਾ ਵੀ ਕਰ ਰਹੇ ਹਨ ਕਿ ਉਹਨਾਂ ਦੀ ਆਤਮਾ ਜੋ ਹੈ ਉਸ ਪਰਮਾਤਮਾ ਦੇ ਨਾਲ ਕਿਸ ਤਰ੍ਹਾਂ ਵਿਆਹ ਕੇ ਖੁਸ਼ੀ ਮਨਾ ਰਹੀ ਹੈ। ਕਹਿੰਦੇ ਨੇ ਤਨ ਰੈਣੀ ਮਨ ਪੁਨ ਰਪ ਕਰਹੁ ਪਾਂਚੋ ਤਤ ਬਰਾਤੀ। ਜਿਸ ਤਰ੍ਹਾਂ ਆਮ ਤੌਰ ਤੇ ਅਸੀਂ ਵੇਖਦੇ ਹਾਂ ਕਿ ਕਿਸੇ ਘਰ ਦੇ ਵਿੱਚ ਕਿਸੇ ਕੁੜੀ ਦਾ ਵਿਆਹ ਹੋਏ, ਉਹ ਦੁਲਹਨ ਬਣਦੀ ਹੈ, ਆਪਣੇ ਹੱਥਾਂ ਤੇ ਚਾਈ ਚਾਈ ਮਹਿੰਦੀ ਲਾਉਂਦੀ ਹੈ, ਸੋਹਣੇ ਸੋਹਣੇ ਕੱਪੜੇ ਪਾਉਂਦੀ ਹੈ। ਤਾਂ ਕਈ ਵਾਰੀ ਕਈ ਕੱਪੜੇ ਐਸੇ ਵੀ ਹੁੰਦੇ ਨੇ ਜਿਨ੍ਹਾਂ ਨੂੰ ਰੰਗਾ ਕੇ ਪਾਉਂਦੀ ਹੈ ਤਾਂ ਕਿ ਮੈਚਿੰਗ ਪੂਰੀ ਹੋ ਜਾਏ, ਤਾਂ ਕਿ ਉਹ ਸੋਹਣੀ ਲੱਗੇ ਸਾਰਿਆਂ ਨੂੰ। ਸੋ ਸਾਧ ਸੰਗਤ ਜੀ ਇੱਥੇ ਜੋ ਹੈ ਭਗਤ ਕਬੀਰ ਜੀ ਆਪਣੇ ਤਨ ਨੂੰ ਕਹਿੰਦੇ ਨੇ ਕਿ ਮੈਂ ਰੈਣੀ ਬਣਾਇਆ ਹੈ। ਜਿਸ ਤਰ੍ਹਾਂ ਕੱਪੜੇ ਰੰਗਣ ਦੀ ਮੱਟੀ ਹੁੰਦੀ ਹੈ, ਭਾਂਡਾ ਹੁੰਦਾ ਹੈ, ਕਹਿੰਦੇ ਨੇ ਮੰਨ ਲਓ ਮੇਰਾ ਇਹ ਜੋ ਤਨ ਹੈ ਉਹ ਇੱਕ ਮੱਟੀ ਹੈ, ਇੱਕ ਰੈਣੀ ਮੈਂ ਬਣਾਇਆ ਹੈ, ਭਾਂਡਾ ਬਣਾਇਆ ਹੈ ਰੰਗਣ ਵਾਲਾ, ਜਿਸ ਦੇ ਵਿੱਚ ਮੈਂ ਕੀਤਾ ਕੀ ਹੈ ਆਪਣੇ ਮਨ ਨੂੰ ਫਿਰ ਤੋਂ ਰੰਗਿਆ ਹੈ। ਇੱਥੇ ਪੁੰਨ ਜੋ ਆਇਆ ਨਾ, ਪੁੰਨ, ਇਸ ਤੋਂ ਭਾਵ ਹੈ ਕਿ ਪਹਿਲੇ ਮਾਤ ਗਰਭ ਵਿੱਚ ਮੈਂ ਰੰਗਿਆ ਪਿਆ ਸੀ, ਉਸ ਪਰਮਾਤਮਾ ਦੇ ਨਾਲ ਮੇਰਾ ਮਨ ਜੋ ਹੈ ਇੱਕ ਮਿਕ ਸੀ। ਲੇਕਿਨ ਇੱਥੇ ਆ ਕੇ ਮਾਇਆ ਦੇ ਕਾਰਨ ਉਹ ਮਨ ਜੋ ਹੈ ਉਹ ਖਿੰਡ ਗਿਆ। ਹੁਣ ਇਹਨੂੰ ਮੈਂ ਦੁਬਾਰਾ ਆਪਣੇ ਤਨ ਨੂੰ ਰੈਣੀ ਬਣਾ ਕੇ, ਰੰਗਣ ਵਾਲਾ ਭਾਂਡਾ ਬਣਾ ਕੇ ਤੇ ਉਸ ਦੇ ਵਿੱਚ ਆਪਣੇ ਮਨ ਨੂੰ ਫਿਰ ਤੋਂ ਰੰਗ ਰਿਹਾ ਹਾਂ। ਰੱਬ ਮੈਨੇ ਰੰਗਣਾ, ਤਨ ਰੈਣੀ ਮਨ ਪੁਨ ਰਪ ਕਰੋ, ਮੈਂ ਦੁਬਾਰਾ ਤੋਂ ਰੰਗ ਰਿਹਾ ਹਾਂ। ਕਹਿੰਦੇ ਪਹਿਲੇ ਮੈਂ ਮਾਤ ਗਰਭ ਵਿੱਚ ਰੰਗਿਆ ਹੋਇਆ ਸੀ, ਹੁਣ ਮਾਇਆ ਦਾ ਰੰਗ ਚੜਨ ਕਰਕੇ ਮੇਰਾ ਜੋ ਮਨ ਹੈ ਉਹ ਬਿਖਰ ਗਿਆ ਸੀ, ਮਾਇਆ ਦੇ ਕਾਰਨ ਹੋਮੇ ਵਿੱਚ ਆ ਗਿਆ ਸੀ। ਹੁਣ ਮੈਂ ਉਹਨੂੰ ਫਿਰ ਤੋਂ, ਜਦੋਂ ਮੈਨੂੰ ਅੰਦਰੋਂ ਪ੍ਰਕਾਸ਼ ਹੋ ਗਿਆ ਹੈ ਤਾਂ ਫਿਰ ਮੈਂ ਉਹਨੂੰ ਦੁਬਾਰਾ ਤੋਂ ਰੰਗ ਰਿਹਾ ਹਾਂ। ਪਾਂਚੋ ਤਤ ਬਰਾਤੀ, ਰੰਗ ਮੈਂ ਵਿੱਚ ਕਿਹੜੇ ਪਾਏ ਨੇ? ਰੰਗ ਮੈਂ ਪਾਏ ਨੇ ਸਤ, ਸੰਤੋਖ, ਦਇਆ, ਧਰਮ ਤੇ ਧੀਰਜ ਦੇ। ਇਹ ਬਰਾਤੀ ਨੇ। ਹੁਣ ਸਾਧ ਸੰਗਤ ਜੀ ਕਈ ਵਾਰੀ ਅਸੀਂ ਬਰਾਤੀ ਔਰ ਜਾਂਜੀ ਨੂੰ ਨਾ ਇੱਕੋ ਮੰਨ ਲੈਂਦੇ ਹਾਂ। ਕਹਿੰਦੇ ਬਰਾਤੀ ਉਹ ਹੁੰਦੇ ਨੇ ਜੋ ਕੁੜੀ ਦੀ ਤਰਫੋਂ, ਪੇਕੇ ਘਰ ਦੀ ਤਰਫੋਂ ਜੋ ਇਕੱਠ ਹੁੰਦਾ ਹੈ, ਬੇਲੀ ਹੁੰਦੇ ਨੇ, ਉਹਨਾਂ ਨੂੰ ਕਹੀਦਾ ਬਰਾਤੀ। ਤਾਂ ਜਿਹੜੀ ਜੰਝ ਹੁੰਦੀ ਹੈ ਉਹ ਮੁੰਡੇ ਵਾਲਿਆਂ ਦੀ ਤਰਫੋਂ ਹੁੰਦੀ ਹੈ, ਲੇਕਿਨ ਆਮ ਤੌਰ ਤੇ ਅਸੀਂ ਇਸ ਚੀਜ਼ ਨੂੰ ਬਰਾਤ ਹੀ ਕਹਿ ਦਿੰਦੇ ਹਾਂ, ਅਸੀਂ ਇੱਕੋ ਹੀ ਮੰਨ ਲੈਂਦੇ ਹਾਂ ਜੰਝ ਜਾਂ ਬਰਾਤ ਨੂੰ। ਸੋ ਇੱਥੇ ਬਰਾਤੀ ਕੌਣ ਹੈ? ਭਗਤ ਕਬੀਰ ਜੀ ਇੱਕ ਜੀਵ ਇਸਤਰੀ, ਜੋ ਉਹਨਾਂ ਦਾ ਮਨ ਹੁਣ ਇਸ ਟਾਈਮ ਆਤਮਾ ਜੋ ਹੈ ਜੀਵ ਇਸਤਰੀ ਬਣਿਆ ਹੋਇਆ ਹੈ, ਉਹਨਾਂ ਦੇ ਘਰ ਦੇ ਵਿੱਚ ਬਰਾਤੀ ਠਹਿਰੇ ਹੋਏ ਨੇ। ਸਤ, ਸੰਤੋਖ, ਦਇਆ, ਧਰਮ ਤੇ ਧੀਰਜ ਦੇ। ਰਾਮ ਰਾਏ ਸਿਉ ਪਾਵਰ ਲੈ ਹੋ ਆਤਮ ਤਹਿ ਰੰਗ ਰਾਤੀ। ਹੁਣ ਮਨ ਰੂਪੀ ਆਤਮਾ ਨੂੰ ਉਹਨਾਂ ਨੇ ਰੰਗ ਲਿੱਤਾ ਤੇ ਆਖਦੇ ਨੇ ਹੁਣ ਮੈਂ ਕਰਨਾ ਕੀ ਹੈ? ਰਾਮ ਰਾਏ ਸਿਉ ਪਾਵਰ ਲਿਆ। ਉਹਨਾਂ ਦੇ ਨਾਲ ਮੈਂ, ਰਾਮ ਰਾਏ ਤੋਂ ਭਾਵ ਪਰਮਾਤਮਾ ਦੇ ਅਨੇਕਾਂ ਨਾਮਾਂ ਦੇ ਵਿੱਚੋਂ ਇੱਕ ਨਾਮ ਰਾਮ ਰਾਏ, ਮੈਂ ਹੁਣ ਰਾਮ ਰਾਏ ਦੇ ਨਾਲ ਫੇਰੇ ਲੈਣੇ ਨੇ। ਆਤਮ ਤਹਿ ਰੰਗ ਰਾਤੀ, ਇਸੀ ਕਰਕੇ ਤੇ ਮੈਂ ਆਪਣੀ ਆਤਮਾ ਨੂੰ ਰੰਗਿਆ ਹੈ। ਗਾਓ ਗਾਉਰੀ ਦੁਲਹਨੀ ਮੰਗਲ ਚਾਰਾ। ਹੁਣ ਆਖਦੇ ਨੇ ਜਿਹੜੇ ਭਗਤ ਜਨ ਪਹਿਲੇ ਮੁਕਤ ਹੋ ਗਏ ਨੇ, ਉਹਨਾਂ ਨੂੰ ਆਖਦੇ ਨੇ ਕਿ ਤੁਸੀਂ ਹੁਣ ਆ ਕੇ ਮੇਰੇ ਸ਼ਗਨਾਂ ਦੇ ਗੀਤ ਗਾਓ। ਗਾਓ ਗਾਉਰੀ ਦੁਲਹਨੀ ਮੇਰੀ ਸਖੀਓ, ਆਓ ਤੁਸੀਂ ਮੇਰੇ ਸਗਨਾਂ ਦੇ ਗੀਤ ਗਾਓ। ਮੇਰੇ ਗ੍ਰਹਿ ਆਏ ਰਾਜਾ ਰਾਮ ਪਤਾਰਾ। ਹੁਣ ਜਦੋਂ ਅਸੀਂ ਬਰਾਤ ਨੂੰ ਬੁਲਾਉਣਾ ਹੁੰਦਾ ਹੈ ਤੇ ਕੋਈ ਥਾਂ ਵੀ ਸਥਾਪਿਤ ਹੁੰਦੀ ਹੈ ਕਿ ਕਿੱਥੇ ਆ ਕੇ ਬਰਾਤ ਨੇ ਠਹਿਰਨਾ। ਸੋ ਇੱਥੇ ਆਖਦੇ ਨੇ ਕਿ ਮੇਰੇ ਹਿਰਦੇ ਘਰ ਦੇ ਵਿੱਚ ਜੋ ਹੈ ਰਾਜਾ ਰਾਮ ਪਤਾਰਾ, ਮੇਰਾ ਪਤੀ ਪਰਮੇਸ਼ਵਰ ਰਾਜਾ ਰਾਮ ਆ ਗਿਆ ਹੈ। ਰਹਾਓ, ਇੱਥੇ ਠਹਿਰਾਵ ਹੈ। ਭਾਵ ਗਾਓ ਗਾਉਰੀ ਦੁਲਹਨੀ ਮੰਗਲ ਚਾਰਾ, ਮੇਰੇ ਗ੍ਰਹਿ ਆਏ ਰਾਜਾ ਰਾਮ ਪਤਾਰਾ। ਇਹ ਰਹਾਓ ਦੀ ਪੰਕਤੀਆਂ ਦੇ ਵਿੱਚ ਹੀ ਸੰਪੂਰਨ ਸ਼ਬਦ ਦਾ ਜੋ ਸੰਖੇਪ ਭਾਵ ਹੈ ਉਹ ਦਿੱਤਾ ਹੈ ਕਿ ਹੇ ਸਖੀਓ ਮੇਰੇ ਘਰ ਆਓ। ਕਿਉਂ? ਕਿਉਂਕਿ ਮੇਰੇ ਹਿਰਦੇ ਘਰ ਦੇ ਵਿੱਚ ਰਾਜਾ ਰਾਮ ਰੂਪੀ ਪਤੀ ਆ ਗਿਆ ਹੈ। ਨਾਭ ਕਮਲ ਮਹਿ ਬੇਦੀ ਰਚਲੇ ਬ੍ਰਹਮ ਗਿਆਨ ਉਚਾਰਾ।
ਹੁਣ ਇਹ ਉਸ ਸਮੇਂ ਦੀ ਗੱਲ ਹੈ ਜਿਸ ਸਮੇਂ ਇਹ ਸ਼ਬਦ ਜੋ ਹੈ ਲਿਖਿਆ ਗਿਆ ਸੀ। ਉਸ ਸਮੇਂ ਕੀ ਹੁੰਦਾ ਸੀ ਕਿ ਬ੍ਰਾਹਮਣ ਜੋ ਹੈ ਉਹ ਆਂਦਾ ਸੀ ਤੇ ਵੇਦ ਪੜ੍ਹਦਾ ਸੀ। ਵੇਦ ਪੜ੍ਹ ਕੇ ਕੁੜੀ ਤੇ ਮੁੰਡੇ ਦਾ ਵਿਆਹ ਕਰਦਾ ਸੀ। ਤਾਂ ਪਹਿਲੇ ਇੱਕ ਬੇਦੀ ਬਣਾਈ ਜਾਂਦੀ ਸੀ ਜਿਹਦੇ ਵਿੱਚ 4 ਬੈਂਬੂ ਸਟਿਕਸ ਲਗਾ ਕੇ ਉਹਦੇ ਵਿੱਚ 2 ਖਾਰੇ ਮੁੱਦੇ ਮਾਰੇ ਜਾਂਦੇ ਸੀ। ਇੱਕ ਤੇ ਦੁਲਹਨ ਬੈਠਦੀ ਸੀ, ਇੱਕ ਤੇ ਦੁਲਹਾ ਬੈਠਦਾ ਸੀ। ਸੋ ਭਗਤ ਕਬੀਰ ਜੀ ਨੇ ਕਿਹੜੀ ਬੇਦੀ ਬਣਾਈ ਹੈ? ਆਖਦੇ ਨੇ ਇਹ ਜੋ ਮੇਰਾ ਹਿਰਦਾ ਘਰ ਹੈ ਇਸ ਨੂੰ ਮੈਂ ਬੇਦੀ ਬਣਾਇਆ ਹੈ ਤੇ ਮੈਂ ਬ੍ਰਹਮ ਗਿਆਨ, ਕਿਉਂਕਿ ਹੁਣ ਮੈਨੂੰ ਬ੍ਰਹਮ ਦਾ ਗਿਆਨ ਹੋ ਗਿਆ ਹੈ, ਮੈਂ ਆਪ ਹੀ ਮੰਤਰ ਪੜ੍ਹ ਰਿਹਾ ਹਾਂ। ਕਿਉਂਕਿ ਜਦੋਂ ਕੋਈ ਭਗਤ ਜਨ ਉਸ ਵਾਹਿਗੁਰੂ ਪਤੀ ਪਰਮੇਸ਼ਵਰ ਨਾਲ ਇਕਮਿਕ ਹੋ ਜਾਂਦੇ ਨੇ ਨਾ, ਤੇ ਫਿਰ ਕੋਈ ਵੀ ਭੇਦ ਨਹੀਂ ਰਹਿ ਜਾਂਦਾ। ਹਰ ਜਨ ਹਰ ਹੀ ਹੋਏ। ਕਹਿੰਦੇ ਨੇ ਨਾਭ ਕਮਲ ਮਹਿ, ਨਾਭ ਇੱਥੇ ਕਿਉਂ ਗਿਆ ਹੈ? ਨਾਭ ਤੇ ਜੜ ਹੈ, ਲੇਕਿਨ ਨਾਭ ਇਸ ਕਰਕੇ ਕਿਹਾ ਹੈ ਕਿ ਕੋਈ ਤ੍ਰਿਕੁਟੀ ਨੂੰ ਨਾ ਸਮਝ ਬੈਠੇ। ਸੋ ਨਾਭ ਤੋਂ ਕੁਝ ਉੱਪਰ ਜੋ ਹੈ ਹਿਰਦਾ ਹੁੰਦਾ ਹੈ। ਸੋ ਆਖਦੇ ਨੇ ਮੈਂ ਹਿਰਦੇ ਨੂੰ ਆਪਣੀ ਬੇਦੀ ਬਣਾ ਕੇ ਬ੍ਰਹਮ ਗਿਆਨ ਦਾ ਉਚਾਰਨ ਕਰ ਰਿਹਾ ਵਾਂ। ਆਪਣੇ ਜੋ ਵੇਦ ਦੀ ਉਹ ਹੁੰਦੇ ਫੇਰਿਆਂ ਦੀ ਬਾਣੀ ਹੈ ਉਹ ਮੈਂ ਆਪ ਹੀ ਪੜ੍ਹ ਰਿਹਾ ਵਾਂ। ਰਾਮ ਰਾਏ ਸੋ ਦੁਲਹੋਂ ਪਾਇਓ ਅਸ ਬੜ ਭਾਗ ਹਮਾਰਾ। ਮੈਨੂੰ ਕੌਣ ਮਿਲ ਗਿਆ ਹੈ? ਹਿਰਦੇ ਘਰ ਦੇ ਵਿੱਚ ਆ ਕੇ ਕੌਣ ਮਿਲ ਗਿਆ ਹੈ? ਰਾਮ ਰਾਏ। ਉਹ ਜੋ ਰਾਮ ਰਾਏ ਹੈ, ਉਹ ਜੋ ਪਰਮਾਤਮਾ ਹੈ, ਉਹ ਜੋ ਵਾਹਿਗੁਰੂ ਹੈ, ਉਹ ਜੋ ਪਰਮੇਸ਼ਰ ਹੈ, ਉਹ ਮੈਨੂੰ ਦੁੱਲੇ ਦੇ ਰੂਪ ਵਿੱਚ ਆ ਕੇ ਮਿਲ ਗਏ ਨੇ। ਮੈਂ ਪਾ ਲਿਆ ਹੈ। ਅਸ ਬੜ ਭਾਗ ਹਮਾਰਾ। ਕਹਿੰਦੇ ਦੇਖੋ ਹਮਾਰਾ ਅਸ ਮੈਨੇ ਇਸ ਤਰ੍ਹਾਂ ਦਾ, ਮੇਰਾ ਦੇਖੋ ਕਿੰਨਾ ਵੱਡਾ ਭਾਗ ਹੈ। ਮੈਂ ਕਿੰਨਾ ਵਡਭਾਗੀ ਹਾਂ ਕਿ ਮੈਂ ਉਸ ਪਰਮਾਤਮਾ ਰੂਪੀ ਦੁਲਹੇ ਨੂੰ ਅੱਜ ਆਪਣੇ ਹਿਰਦੇ ਘਰ ਦੇ ਵਿੱਚ ਪਾ ਲਿਆ ਹੈ। ਸੁਰ ਨਰ ਮੁਨ ਜਨ ਕੌਤਕ ਆਏ। ਹੁਣ ਇੱਥੇ ਜਾਂਜੀ ਕੌਣ ਨੇ? ਪਹਿਲੇ ਤੇ ਸੀ ਬਰਾਤੀ ਜੋ ਕੁੜੀ ਵਾਲਿਆਂ ਦੇ ਤਰਫੋਂ ਨੇ। ਹੁਣ ਜਾਂਜੀ ਕੌਣ ਨੇ? ਸੁਰ ਨਰ, ਅਨੇਕਾਂ ਤਰ੍ਹਾਂ ਦੇ ਸੁਰ ਨਰ ਦੇਵਤੇ, ਮੁਨ ਜਨ ਮੁਨੀ ਜਨ, ਕੌਤਕ ਆਏ। ਹੋਰ ਕੌਣ ਕੌਣ ਆਏ ਨੇ ਕੌਤਕ ਦੇਖਣ? ਇਹ ਜੋ ਵਿਸਮਾਦ ਰੂਪੀ ਵਿਆਹ ਹੋ ਰਿਹਾ ਹੈ ਇਸ ਨੂੰ ਦੇਖਣ ਵਾਸਤੇ ਹੋਰ ਕੌਣ ਕੌਣ ਆਏ ਨੇ? 33 ਕਰੋੜ ਦੇਵਤੇ। ਭਾਵ ਜੋ ਇੱਥੇ 33 ਕਰੋੜ ਦੇਵਤੇ ਦੀ ਉਪਮਾ ਦਿੱਤੀ ਗਈ ਹੈ ਕਿ ਜਿਸ ਤਰ੍ਹਾਂ ਜਿਹੜੇ ਭਗਤ ਜਨ ਮੁਕਤ ਹੋ ਜਾਂਦੇ ਨੇ ਨਾ, ਤੇ ਫਿਰ ਉਹਨਾਂ ਨੂੰ 33 ਕਰੋੜ ਦੇਵਤਿਆਂ ਦੇ ਸ਼੍ਰੇਣੀ ਦੇ ਵਿੱਚ ਰੱਖਦੇ ਹੋਏ ਇੱਥੇ ਉਪਮਾ ਅਲੰਕਾਰ ਯੂਜ਼ ਕੀਤਾ ਹੈ। ਕਹਿੰਦੇ ਸੁਰ ਨਰ ਮੁਨ ਜਨ ਕੌਤਕ ਆਏ ਕੋਟ 33 ਉਜਾਨਾ। 33 ਕਰੋੜ ਦੇਵਤੇ ਵੀ ਆਏ ਨੇ ਇਸ ਕੌਤਕ ਨੂੰ ਵੇਖਣ ਵਾਸਤੇ ਕਿ ਐਸਾ ਵਿਆਹ ਜਿੱਥੇ ਆਤਮਾ ਦਾ ਪਰਮਾਤਮਾ ਨਾਲ ਮਿਲਨ ਹੋ ਰਿਹਾ ਹੈ। ਕਹਿ ਕਬੀਰ ਮੋਹਿ ਵਿਆਹੇ ਚਲੇ ਹਾਂ। ਭਗਤ ਕਬੀਰ ਜੀ ਬਹੁਤ ਖੁਸ਼ ਨੇ। ਵਾਕਈ ਖੁਸ਼ ਹੋਣਾ ਵੀ ਚਾਹੀਦਾ। ਜਦੋਂ ਆਤਮਾ ਦਾ ਪਰਮਾਤਮਾ ਦੇ ਨਾਲ ਮਿਲਨ ਹੋ ਰਿਹਾ ਹੈ ਤਾਂ ਖੁਸ਼ੀ ਦੀ ਗੱਲ ਹੈ। ਹੁਣ ਇੱਕ ਮਿਕ ਹੋ ਗਿਆ, ਮੁਕਤ ਹੋ ਗਿਆ, ਜਿਉਂਦੇ ਜੀ ਮੁਕਤ ਹੋ ਗਏ। ਕਹਿੰਦੇ ਕਹਿ ਕਬੀਰ ਮੋਹਿ ਵਿਆਹੇ ਚਲੇ ਹੈ ਪੁਰਖ ਏਕ ਭਗਵਾਨਾ। ਭਗਤ ਕਬੀਰ ਜੀ ਕਹਿੰਦੇ ਨੇ ਮੈਨੂੰ ਵਿਆਹ ਕੇ ਲੈ ਚੱਲੇ ਨੇ ਇਹ ਦੁਨੀਆ ਦੇ ਲੋਕੋ। ਦੇਖੋ ਮੇਰੇ ਪਰਮਾਤਮਾ, ਮੇਰੇ ਭਗਵਾਨ, ਮੇਰੇ ਪੁਰਖ, ਮੇਰੇ ਇੱਕ ਭਗਵਾਨ ਜੋ ਨੇ ਉਹ ਮੈਨੂੰ ਵਿਆਹ ਕੇ ਲੈ ਚੱਲੇ ਨੇ। ਦੇਖੋ ਇਹ ਕੌਤਕ ਤੁਸੀਂ ਵੀ ਦੇਖੋ। ਤੁਸੀਂ ਵੀ ਗਿਆਨ ਰੂਪੀ ਚਾਨਣਾ ਆਪਣੇ ਅੰਦਰ ਕਰੋ ਤੇ ਆਪਣੀ ਆਤਮਾ ਨੂੰ ਰੰਗ ਕੇ ਉਸ ਪਰਮਾਤਮਾ ਨਾਲ ਇੱਕ ਮਿਕ ਕਰੋ। ਵਾਹਿਗੁਰੂ ਜੀ ਇਸ ਤਰ੍ਹਾਂ ਦੀ ਕਿਰਪਾ ਸਾਡੇ ਤੇ ਵੀ ਹੋ ਜਾਏ। ਸੱਚੇ ਪਿਤਾ ਸਾਨੂੰ ਵੀ ਐਸੀ ਜਾਚ ਆ ਜਾਏ ਕਿ ਅਸੀਂ ਉਸ ਪਰਮਾਤਮਾ ਨਾਲ ਇੱਕ ਮਿਕ ਹੋਣ ਵਾਸਤੇ ਗਿਆਨ ਦਾ ਚਾਨਣਾ ਅੰਦਰ ਕਰੀਏ। ਤਾਂ ਸਾਡੇ ਤੇ ਵੀ ਕਿਰਪਾ ਹੋਏ ਸੱਚੇ ਪਿਤਾ ਜੀ। ਇਹੀ ਅਰਦਾਸ ਹੈ ਵਾਹਿਗੁਰੂ ਜੀ ਦੇ ਅੱਗੇ, ਇਹੀ ਜੋਦੜੀ ਹੈ ਸੱਚੇ ਪਿਤਾ ਜੀ। ਬਖਸ਼ਿਸ਼ ਕਰੋ, ਕਿਰਪਾ ਕਰੋ, ਨਾਮਦਾਨ ਦਿਓ। ਇਹਨਾਂ ਸ਼ਬਦਾਂ ਦੇ ਨਾਲ ਹੀ ਖਿਮਾ ਦੀ ਇਜਾਜ਼ਤ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।